ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਦੇ ਸੈਗਮੈਂਟ ਵਿੱਚ ਮੇਰਾ ਸਾਥ ਦੇਣਗੇ ਸਰਦਾਰ ਸੁਰਜੀਤ ਸਿੰਘ ਸੁਧਾਰ ਜੀ, ਜਿਨ੍ਹਾਂ ਨੇ ਕਿ ਬਹੁਤ ਸਾਰੀਆਂ ਗੁਰਬਾਣੀ ਦੇ ਉੱਤੇ ਕਿਤਾਬਾਂ ਲਿਖੀਆਂ ਨੇ। ਤੇ ਅੱਜ ਦਾ ਵਿਸ਼ਾ ਜਿਸ ਦੇ ਉੱਤੇ ਅਸੀਂ ਕੇਂਦਰਿਤ ਰਵਾਂਗੇ ਉਹ ਇਹ ਹੈ ਕਿ ਸਾਨੂੰ ਗੁਰਬਾਣੀ ਦੇ ਵਿੱਚ ਇਹ ਉਪਦੇਸ਼ ਮਿਲਦਾ ਹੈ ਕਿ ਅਸੀਂ ਇੱਥੇ ਪ੍ਰਾਹੁਣੇ ਆਏ ਹਾਂ ਧਰਤੀ ਦੇ ਉੱਤੇ, ਲੇਕਿਨ ਅਸੀਂ ਸਮਝਦੇ ਹਾਂ ਅਸੀਂ ਤਾਂ ਇੱਥੇ ਪਰਮਾਨੈਂਟ ਨਹੀਂ ਰਹਿਣਾ ਹੈ। ਗੁਰਬਾਣੀ ਇਸ ਬਾਰੇ ਕੀ ਉਪਦੇਸ਼ ਕਰਦੀ ਹੈ, ਆਓ ਭਾਈ ਸਾਹਿਬ ਤੋਂ ਇਸ ਦੀ ਜਾਣਕਾਰੀ ਲੈਂਦੇ ਹਾਂ। ਜੀ ਆਨੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸੁਰਜੀਤ ਸਿੰਘ ਜੀ, ਥੋੜ੍ਹਾ ਜਿਹਾ ਪਿਛੋਕੜ ਆਪਣਾ, ਤੁਹਾਡਾ ਇੰਟਰਸਟ ਕਿਵੇਂ ਗੁਰਬਾਣੀ ਦੇ ਵਿੱਚ ਜੁੜਿਆ, ਕਦੋਂ ਤੋਂ ਤੁਸੀਂ ਇਹ ਲਿਖਣਾ ਸ਼ੁਰੂ ਕੀਤਾ ਹੈਗਾ? ਦੇਖੋ ਜੀ, ਮੇਰੇ ਬਚਪਨ ਤੋਂ ਹੀ ਵੈਸੇ ਤਾਂ ਮਾਤਾ ਪਿਤਾ ਨੇ ਮੈਨੂੰ ਇਸ ਪਾਸੇ ਲਾਇਆ ਹੋਇਆ ਸੀਗਾ ਜੀ ਕਿ ਮੇਰੇ ਜੀਵਨ ਦੇ ਵਿੱਚ ਦੋ ਗੱਲਾਂ ਚੱਲ ਰਹੀਆਂ ਇਕੱਠੀਆਂ। ਅੱਛਾ ਜੀ। 8ਵੀਂ 'ਚ ਮੈਂ ਜਦੋਂ ਪੜ੍ਹਦਾ ਸੀਗਾ ਉਦੋਂ ਮੈਂ ਇੱਕ ਤਾਂ ਆਪਣੇ ਬੋਰਡ ਦਾ ਐਗਜ਼ਾਮ ਦਿੱਤਾ, ਉਸ ਦੇ ਵਿੱਚੋਂ ਮੈਨੂੰ ਸਕਾਲਰਸ਼ਿਪ ਮਿਲਿਆ। ਅੱਛਾ ਜੀ। ਉਸ ਤੋਂ ਬਾਅਦ ਮੈਂ ਜਿਹੜਾ ਆਪਣੇ ਸ਼੍ਰੋਮਣੀ ਕਮੇਟੀ ਦਾ ਇਮਤਿਹਾਨ ਹੁੰਦਾ ਹੈਗਾ ਧਾਰਮਿਕ ਦਾ, ਹਾਂਜੀ, ਉਸ ਦਾ ਇਮਤਿਹਾਨ ਦਿੱਤਾ ਤੇ ਉਸ ਦੇ ਵਿੱਚੋਂ ਹੀ ਮੈਨੂੰ ਸਕਾਲਰਸ਼ਿਪ ਮਿਲਿਆ। ਐਟ ਏ ਟਾਈਮ ਮੈਂ 2 ਸਕਾਲਰਸ਼ਿਪ ਲੈਂਦਾ ਰਿਹਾ। ਅੱਛਾ ਜੀ। ਉਸ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਚਲਿਆ ਗਿਆ ਜੀ। ਕਾਲਜ ਦੇ ਵਿੱਚ FSC ਸਾਇੰਸ ਸਬਜੈਕਟ ਲਏ ਜੀ। ਇੱਕ ਪਾਸੇ FSC ਕਰ ਰਿਹਾ ਸੀ, ਦੂਜੇ ਪਾਸੇ ਵਿਗਿਆਨੀ ਪੜ੍ਹਨੀ ਸ਼ੁਰੂ ਕਰ ਦਿੱਤੀ। ਅੱਛਾ ਜੀ। ਦੋ ਐਟ ਏ ਟਾਈਮ 2 ਗੱਲਾਂ ਹੁੰਦੀਆਂ ਰਹੀਆਂ ਹੈਗੀਆਂ। ਇੱਥੇ ਆ ਕੇ ਜਿੱਥੇ ਜੌਬ ਕੀਤੀ ਵੈਨਕੂਵਰ ਸਕੂਲ ਬੋਰਡ ਦੇ ਵਿੱਚ, ਅੱਛਾ ਜੀ, ਉੱਥੇ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਵੀ ਹਿੱਸਾ ਲੈਂਦਾ ਰਿਹਾ। ਅੱਛਾ ਜੀ। ਕਦੇ ਸੈਕਟਰੀ ਤੇ ਕਦੇ ਖਜ਼ਾਨਚੀ ਤੇ ਕਦੇ ਪ੍ਰਧਾਨ, ਅੱਛਾ ਜੀ, ਇਸ ਤਰ੍ਹਾਂ ਹੀ। ਪਰ ਹੁਣ ਉਹ ਪਾਸਾ ਛੱਡ ਕੇ ਇਹ ਚੀਜ਼ ਅਪਣਾਈ ਹੈ ਕਿ ਅਸਲ ਚੀਜ਼ ਜਿਹੜੀ ਮੈਨੂੰ ਪਤਾ ਲੱਗਿਆ ਵੀ ਆਹ ਚੀਜ਼ ਅਸਲ ਹੈਗੀ, ਇਹ ਕਰਨੀ ਚਾਹੀਦੀ ਹੈਗੀ ਜ਼ਿੰਦਗੀ ਦੇ ਵਿੱਚ। ਠੀਕ ਹੈ। ਸੋ ਮੈਂ ਤਕਰੀਬਨ 9 ਕਿਤਾਬਾਂ ਲਿਖ ਚੁੱਕਿਆ ਹੁਣ ਤੱਕ ਜੀ। ਅੱਛਾ ਜੀ। ਤੇ 10ਵੀਂ ਕਿਤਾਬ ਮੇਰੀ ਛਪ ਰਹੀ ਹੈਗੀ, ਉਹ ਜਗਰਾਓਂ ਦੇ ਵਿੱਚ, ਮੈਂ ਉੱਥੇ ਰਹਿੰਦਾ ਜਗਰਾਓਂ। ਅੱਛਾ ਜੀ। ਤੇ ਉੱਥੇ ਇੱਕ ਸੁਸਾਇਟੀ ਹੈਗੀ ਗੁਰਮਤਿ ਨਾਮ ਸੇਵਾ ਸੁਸਾਇਟੀ। ਠੀਕ ਹੈ। ਉਹਨਾਂ ਨੇ ਲੈ ਲਈ, ਉਹ ਆਦੇ ਵੀ ਅਸੀਂ ਛਾਪਾਂਗੇ ਇਸ ਨੂੰ। ਠੀਕ ਹੈ ਜੀ। ਅਸੀਂ ਸੇਵਾ ਕਰਾਂਗੇ। ਮੈਂ ਕਿਹਾ ਚਲੋ ਉਹਨਾਂ ਨੂੰ ਦੇਤੀ ਉਹ। ਸੋ ਫਿਊਨਰਲ ਹੋਮ ਮੈਂ ਗਿਆ ਜੀ, ਉੱਥੇ ਮੈਂ ਫਿਊਨਰਲ ਹੋਮ ਵਿੱਚ ਹੀ ਤੁਹਾਡੀ ਕਿਤਾਬ ਵੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਸੰਪਰਕ ਬਣਿਆ। ਸੋ ਅੱਜ ਸਾਨੂੰ ਦੱਸੋ ਕਿ ਇਹ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰ ਰਹੀ ਹੈਗੀ ਹੈ ਕਿ ਅਸੀਂ ਸਮਝ ਰਹੇ ਹਾਂ ਕਿ ਅਸੀਂ ਤਾਂ ਪਰਮਾਨੈਂਟਲੀ ਇੱਥੇ ਆਏ ਹੋਏ ਹਾਂ, ਇਹ ਤਾਂ ਜਦ ਕਿ ਇੱਕ ਰੈਸਟ ਹਾਊਸ ਹੈਗਾ ਜਿੱਥੇ ਅਸੀਂ ਆਏ ਹਾਂ, ਕੁਝ ਦੇਰ ਲਈ ਰਹਿਣਾ ਫਿਰ ਚਲੇ ਜਾਣਾ ਹੈ। ਸੋ ਸਾਨੂੰ ਵਿਸਥਾਰ ਵਿੱਚ ਦੱਸੋ ਕਿ ਕੀ ਸਾਨੂੰ ਸਮਝਣ ਦੀ ਲੋੜ ਹੈਗੀ ਹੈ। ਦੇਖੋ ਜੀ, ਇਹ ਜਿਹੜੀ ਕਿਤਾਬ ਤੁਸੀਂ ਗੱਲ ਕਰਦੇ ਹੋ, ਇਹ ਇੱਕ ਰਹਿਣ ਕੇ ਪਾਹੁਣ ਤੁਮ ਆਏ। ਅੱਛਾ ਜੀ। ਬੰਦਾ ਇੱਕ ਰਾਤ ਦਾ ਪ੍ਰਾਹੁਣਾ ਹੈਗਾ ਜੀ। ਗੁਰਬਾਣੀ ਦੇ ਵਿੱਚ 4 ਦਿਵਸ ਦੀ ਗੱਲ ਕੀਤੀ ਹੈਗੀ। ਇਹ ਵੀ ਲਿਖਿਆ ਗਿਆ ਕਿ ਮਤ ਕੇ ਜਾਪਾ ਸਾ ਆਵਾ ਕਿ ਨਾ ਆਵਾ ਰਾਮ, ਇਹ ਕੋਈ ਪਤਾ ਨਹੀਂ ਹੈ। ਠੀਕ। ਤੇ ਹਮ ਆਦਮੀ ਹਾਂ ਇੱਕਦਮੀ, ਇਹ ਵੀ ਆਇਆ ਹੈਗਾ ਜੀ। ਹੁਣ ਕਈ ਬੰਦੇ ਸੋਚਦੇ ਆ ਵੀ ਇਹ ਇੱਕ ਵਿਰੋਧੀ ਗੱਲਾਂ ਹੈਗੀਆਂ, ਵੀ ਕਿਤੇ 4 ਦਿਨ, ਕਿਤੇ 1 ਦਿਨ, ਕਿਤੇ ਰਾਤ, ਵੀ ਇਹ ਕਿਉਂ ਹੈਗਾ। ਗੁਰਬਾਣੀ ਦੇ ਭਾਵ ਅਰਥ ਸਮਝਣ ਦੀ ਗੱਲ ਹੈਗੀ ਜੀ। ਉਹਦਾ ਭਾਵ ਅਰਥ ਸਮਝਣਾ ਚਾਹੀਦਾ ਹੈਗਾ। ਅਸਲੀ ਜੇ ਤੁਸੀਂ ਮਤਲਬ ਕੱਢੋ ਉਹਨਾਂ ਦੇ ਅੱਖਰੀ ਅਰਥ, ਉਹ ਕੁਝ ਹੋਰ ਹੁੰਦੇ ਹੈਗੇ, ਲੇਕਿਨ ਭਾਵ ਅਰਥ ਉਸਦਾ ਹੋਰ ਹੁੰਦਾ ਹੈਗਾ। ਇਹ ਸਾਰਿਆਂ ਦਾ ਭਾਵ ਅਰਥ ਹੈਗਾ ਬਈ ਬੰਦਾ ਬਹੁਤ, ਜ਼ਿੰਦਗੀ ਜਿਹੜੀ ਹੈਗੀ ਬਹੁਤ ਛੋਟੀ ਹੈਗੀ ਸਾਡੀ। ਠੀਕ ਹੈ ਜੀ। ਬਹੁਤ ਛੋਟੀ ਹੈਗੀ। ਏਕ ਰਹਿਣ ਕੇ ਪਾਹੁਣ ਤੁਮ ਆਏ। ਠੀਕ ਹੈ। ਸੋ ਇਸ ਦੇ ਵਿੱਚ ਕਾਫੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਤੋਂ, ਭਾਈ ਗੁਰਦਾਸ ਦੀਆਂ 12 ਦੇ ਵਿੱਚੋਂ, ਭਾਈ ਨੰਦ ਲਾਲ ਦੀਆਂ ਗਜ਼ਲਾਂ ਦੇ ਵਿੱਚੋਂ, ਉਹਨਾਂ ਦਾ ਪੰਜਾਬੀ ਟ੍ਰਾਂਸਲੇਸ਼ਨ ਪ੍ਰਿੰਸੀਪਲ ਹਰਭਜਨ ਸਿੰਘ ਨੇ ਕੀਤਾ ਹੋਇਆ, ਉਸ ਦੇ ਵਿੱਚੋਂ, ਤੇ ਭਗਤਾਂ ਦੀ ਬਾਣੀ ਦੇ ਵਿੱਚੋਂ ਇਹ ਪ੍ਰਮਾਣ ਲੈ ਕੇ ਸਾਬਤ ਇਹ ਕਰਨ ਦਾ ਕੋਸ਼ਿਸ਼ ਕੀਤੀ ਹੈ ਕਿ ਇਹ ਜ਼ਿੰਦਗੀ ਜੋ ਹੈ ਇਹ ਬੜੀ ਛੋਟੀ ਹੈ, ਇਸ ਦਾ ਲਾਹਾ ਲੈ ਲੈਣਾ ਚਾਹੀਦਾ ਹੈਗਾ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈਗਾ ਜੀ, ਏਕ ਰਹਿਣ ਕੇ ਪਾਹੁਣ ਤੁਮ ਆਏ, ਬਹੁਤ ਜੁਗ ਆਸ ਬੰਦਾਏ, ਗ੍ਰਹਿ ਮੰਦਰ ਸੰਪੈ ਜੋ ਦਿਸੈ, ਜਿਉਂ ਤਰਵਰ ਕੀ ਛਾਏ। ਇਹ ਜ਼ਿੰਦਗੀ ਬਹੁਤ ਛੋਟੀ ਹੈਗੀ। ਇਹ ਜੋ ਅਸੀਂ ਪ੍ਰਾਪਰਟੀਆਂ ਬਣਾ ਰਹੇ ਹਾਂ, ਇਹ ਜੋ ਆਪਣੇ ਮੰਦਰ ਬਣਾ ਰਹੇ ਹਾਂ, ਜੇ ਹੋਰ ਕੀ ਚੀਜ਼ਾਂ ਅਸੀਂ ਲੈ ਰਹੇ ਹਾਂ, ਇਹ ਤਰਵਰ ਕੀ ਛਾਏ, ਜਿਵੇਂ ਦਰਖਤ ਦੀ ਛਾਂ ਹੁੰਦੀ ਆ, ਉਹ ਟਿਕ ਨਹੀਂ ਰਹਿੰਦੀ, ਇਸ ਤਰ੍ਹਾਂ ਇਹਨਾਂ ਨੇ ਰਹਿਣਾ ਨਹੀਂ, ਇਹ ਚਲੀਆਂ ਜਾਣੀਆਂ ਹੈਗੀਆਂ। ਇਸ ਦੇ ਨਾਲ ਪ੍ਰੀਤ ਨਾ ਲਾਓ। ਠੀਕ ਹੈ। ਸੋ ਇਹ ਜਿਹੜਾ ਸਰੀਰ ਹੈਗਾ, ਸਰੀਰ, ਅਸੀਂ ਸਰੀਰ ਨਹੀਂ, ਅਸੀਂ ਜੋਤ ਹਾਂ ਜਿਹੜੀ ਇਸ ਦੇ ਵਿੱਚ ਹੈ ਜੀ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈਗਾ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਜੇ ਜੋਤ ਇਸ ਦੇ ਵਿੱਚ ਟਿਕੀ ਤਾਂ ਹੀ ਸਾਡਾ ਜਨਮ ਹੋਇਆ, ਨਹੀਂ ਤਾਂ ਇਹਦਾ ਮਾਸ ਦਾ ਲੋਸੜਾ ਸੀਗਾ ਤੇ ਇਸ ਨੇ ਉਸ ਤਰ੍ਹਾਂ ਹੀ ਗੱਲ ਛੱਡ ਜਾਣਾ ਸੀਗਾ। ਸੋ ਜੋਤ ਕਰਕੇ ਹੀ ਸਾਡਾ ਜਨਮ ਹੋਇਆ। ਭਗਤ ਰਵਿਦਾਸ ਜੀ ਸਾਨੂੰ ਸਾਵਧਾਨ ਕਰਦੇ ਹਨ ਕਿ ਸਾਡਾ ਇਹ ਜਿਹੜਾ ਪਿੰਜਰ ਹੈ, ਜਿਹੜਾ ਸਰੀਰ ਹੈ, ਇਸ ਦੀ ਬਣਤਰ ਕੀ ਹੈ ਜੀ। ਭਗਤ ਜੀ ਆਖਦੇ ਹਨ, जल की पीत पवन का थंबा, रक्त बूंद का गारा, हाड़ मांस नाड़ी को पिंजर, पंखी बसा बेचारा, प्राणी क्या तेरा क्या मेरा क्या तेरा, जैसे तरवर पंख बसेरा। वो आते भैया तो
ਜਿਵੇਂ ਪਾਣੀ ਦੀ ਕੰਧ ਬਣੀ ਹੋਵੇ ਜੀ, ਕਿੰਨਾ ਚਿਰ ਠਹਿਰ ਜੂਗੀ, ਉਹ ਬਹੁਤ ਚਿਰ ਨਹੀਂ ਠਹਿਰ ਸਕਦੀ। ਠੀਕ। ਇਸ ਤਰ੍ਹਾਂ ਹੀ ਜਿਹੜਾ ਹੈਗਾ ਉਸ ਦਾ ਥੰਮਾ ਜਿਹੜਾ ਦਿੱਤਾ ਹੋਇਆ ਵਿੱਚ ਹੈਗਾ, ਉਹ ਹੈਗਾ ਆਉਣ ਦਾ, ਠੀਕ ਹੈ, ਕਿਉਂਕਿ ਸਾਹ ਸਾਡੇ ਚੱਲ ਰਹੇ ਆ ਇਸ ਨਾਲ। ਬਿਲਕੁਲ ਜੀ। ਤੇ ਇਹ ਜਿਹਾ ਮਕਾਨ ਜਿਹੜਾ ਬਣਿਆ ਹੋਇਆ ਕਿੰਨਾ ਚਿਰ ਰਹਿ ਸਕਦਾ ਹੈਗਾ, ਬਹੁਤ ਚਿਰ ਨਹੀਂ ਉਹ ਟਿਕ ਸਕਦਾ। ਇਸ ਦੀ ਮਾਸ ਹਾੜ ਨਾੜੀ ਕੋ ਪਿੰਜਰ, ਮਾਸ ਹੈਗਾ, ਹੱਡੀਆਂ ਹੈਗੀਆਂ, ਤੇ ਵਿੱਚ ਪੰਖੀ ਬਸੇ ਵਿਚਾਰਾ, ਇਸ ਦੇ ਵਿੱਚ ਸਾਡੀ ਜੀਵ ਆਤਮਾ ਜਿਹੜੀ ਹੈਗੀ ਵਸ ਰਹੀ ਹੈਗੀ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਜਿਸ ਤਰ੍ਹਾਂ ਜਾਨਵਰ ਆਉਂਦਾ ਨਾ, ਆ ਕੇ ਦਰਖਤ ਤੇ ਬੈਠਦਾ ਹੈਗਾ, ਕੁਝ ਦੇਰ ਆਰਾਮ ਕਰਕੇ ਉੱਥੋਂ ਬਾਅਦ ਉੱਡ ਜਾਂਦਾ ਹੈਗਾ, ਇਸ ਤਰ੍ਹਾਂ ਹੀ ਅਸੀਂ ਵੀ ਇੱਥੋਂ ਉੱਡ ਜਾਣਾ ਹੈਗਾ, ਅਸੀਂ ਵੀ ਇੱਥੇ ਹਮੇਸ਼ਾ ਬੈਠ ਨਹੀਂ ਰਹਿਣਾ। ਠੀਕ। ਇਸ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ, ਪ੍ਰਾਣੀ ਨਾਰਾਇਣ ਸੁਖ ਲੇ, ਛਿਨ ਛਿਨ ਔਦ ਕਟੈ ਨਿਸਬਾਸਰ, ਬਿਰਥਾ ਜਾਤ ਹੈ ਦੇਹ। ਜੀ। ਤਰਨਾ ਪੋ ਵਿਖਿਆਨ ਸੋ ਖੋਇਓ, ਬਾਲਪਨ ਅਗਿਆਨਾ, ਬਿਰਧ ਪਇਓ ਅਜਹੂ ਨਹੀਂ ਸਮਝੈ, ਕੌਣ ਕੁਮਤ ਉਰਝਾਨਾ। ਉਹ ਆਖਦੇ ਹੈਗੇ ਵੀ ਇਹ ਜਿਹੜੀ ਜ਼ਿੰਦਗੀ ਹੈਗੀ, ਇਹ ਜਿਹੜਾ ਜੀਵਨ ਹੈਗਾ, ਇੱਕ ਛਿਨ ਛਿਨ ਕਰਕੇ ਖਤਮ ਹੁੰਦਾ ਜਾਂਦਾ ਹੈਗਾ। ਇਸ ਕਰਕੇ ਪਰਮਾਤਮਾ ਦੀ ਭਗਤੀ ਕਰ ਲੈਣੀ ਚਾਹੀਦੀ ਹੈਗੀ, ਪਰਮਾਤਮਾ ਨਾਲ ਜੁੜਨਾ ਚਾਹੀਦਾ ਹੈਗਾ। ਤੇ ਆਦੇ ਬਿਰਧ ਪਇਓ ਅਜਹੂ ਨਹੀਂ ਸਮਝਾਏ, ਵੀ ਬਿਰਧ ਹੋ ਗਿਆ, ਸਾਰੀ ਜ਼ਿੰਦਗੀ ਲੰਘ ਗਈ ਹੈਗੀ, ਹੁਣ ਤਾਂ ਸਮਝ ਜਾ, ਹੁਣ ਤਾਂ ਗੁਰੂ ਦਾ ਨਾਮ ਜਪ ਲੈ। ਸੋ ਇਹ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ। ਜੀ। ਜਿੱਥੇ ਬਾਣੀ ਦੇ ਵਿੱਚ, ਜਿੱਥੇ ਗੁਰੂ ਸਾਹਿਬ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਕਈ ਵਾਰੀ ਇਸ ਤਰ੍ਹਾਂ ਸਾਨੂੰ ਲੱਗਦਾ ਵੀ ਵਿਰੋਧੀ ਭਾਵ ਹੈਗੇ ਉਹਨਾਂ ਦੇ ਵਿੱਚ, ਕੰਟਰਡਿਕਸ਼ਨ। ਹਾਂਜੀ। ਪਰ ਨਹੀਂ, ਉਹ ਉਹਨਾਂ ਦਾ ਜਿਹੜਾ ਮੇਨ ਆਈਡੀਆ ਹੈਗਾ ਉਹ ਇੱਕੋ ਹੀ ਹੈਗਾ। ਜੀ। ਹੁਣ ਫਰੀਦ ਜੀ ਦੇ ਇੱਕ ਸਲੋਕ ਹੈਗਾ, ਫਰੀਦਾ ਕੋਠੇ ਤੁੱਕਣ ਕੇਤੜਾ, ਫਿਰ ਨੀਂਦੜੀ ਨਿਵਾਰ, ਜੋ ਦੇਹ ਲੱਭੇ ਗਾਣਵੇ ਗਏ ਵਿਲਾੜ ਵਿਲਾੜ। ਉਹਦੇ ਕੋਠੇ ਤੇ ਚੜ੍ਹ ਕੇ ਜੇ ਬੰਦਾ ਕੋਈ ਲੰਬੀ ਰੇਸ ਆਕੇ ਮੈਂ 1 ਮੀਲ ਦੀ ਰੇਸ ਉੱਥੇ ਲਾ ਲੈਣੀ ਹੈਗੀ, ਨਹੀਂ ਲਾ ਸਕਦਾ, ਕਿ ਕੋਲ 10-15 ਫੁੱਟ ਹੋਊਗਾ ਕੋਠਾ। ਤੇ ਆਦੇ ਇਸ ਤਰ੍ਹਾਂ ਹੀ ਜਿਹੜੀ ਹੈਗੀ ਇਹ ਜ਼ਿੰਦਗੀ ਹੈਗੀ, ਇਹ ਵੀ ਬਹੁਤੀ ਲੰਬੀ ਦੌੜ ਨਹੀਂ ਲਾ ਸਕਦਾ ਜ਼ਿੰਦਗੀ ਦੇ ਵਿੱਚ। ਇਸ ਕਰਕੇ ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ, ਜਿਹੜੇ ਦਿਨ ਤੁਹਾਨੂੰ ਮਿਲੇ ਹੈਗੇ ਇਹ ਤਾਂ ਭੱਜੇ ਜਾਂਦੇ ਹੈਗੇ, ਜਿਉਂ ਪਾਣੀ ਦੀਆਂ ਲਹਿਰਾਂ, ਪਾਣੀ ਜਿਹੜਾ ਹੈਗਾ ਟਿੱਕੇ ਨਹੀਂ ਪੈਂਦਾ, ਪਾਣੀ ਚਲਿਆ ਜਾਂਦਾ ਹੈ। ਇਸ ਤਰ੍ਹਾਂ ਦੀ ਜ਼ਿੰਦਗੀ ਹੈਗੀ ਜਿਹੜੀ ਇਹ ਚੱਲੀ ਜਾ ਰਹੀ ਹੈ, ਇਸ ਨੇ ਟਿੱਕੇ ਨਹੀਂ ਰਹਿਣਾ। ਦੇਖੋ ਕਿਸ ਤਰ੍ਹਾਂ ਆਪਣੇ ਗੁਰੂ ਸਾਹਿਬਾਨ ਨੇ ਜਾਂ ਭਗਤਾਂ ਨੇ ਸਾਨੂੰ ਸਮਝਾਇਆ ਹੈਗਾ, ਪਰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸਾਡਾ ਕੰਮ ਤਾਂ ਹੈ ਵੀ ਗੁਰਦੁਆਰੇ ਜਾਣਾ, ਮੱਥਾ ਟੇਕਿਆ, ਦੇਗ ਲਈ ਤੇ ਵਾਪਸ। ਠੀਕ। ਜਿਹੜਾ ਮੱਥਾ ਟੇਕਣਾ ਨਾ, ਮੱਥੇ ਟੇਕਣ ਨਾਲ ਕੋਈ ਜੇ ਆਖੇ ਵੀ ਮੈਂ ਤਰ ਜੂੰਗਾ ਸੰਸਾਰ ਤੋਂ, ਤੇ ਨਹੀਂ। ਜੋ ਉਪਦੇਸ਼ ਹੈ ਗੁਰੂ ਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਸਮਝਣ ਦੀ ਲੋੜ ਹੈ। ਹੁਣ ਭਗਤ ਫਰੀਦ ਜੀ ਆਖਦੇ ਆ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣੇ ਹੋਏ। ਠੀਕ। ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ। ਉਹਦੇ ਤੇਰੇ ਮਾਪੇ ਨਹੀਂ ਰਹੇ, ਤੂੰ ਕਿੱਥੇ ਰਹਿਣਾ ਹੈਗਾ। ਠੀਕ। ਕਿਉਂ ਐਵੇਂ ਤੁਸੀਂ ਗਲਤ ਪਾਸੇ ਵਿਸ਼ੇ ਵਿਕਾਰਾਂ ਦੇ ਵਿੱਚ ਪਿਆ ਹੋਇਆ। ਇਹ ਜ਼ਿੰਦਗੀ ਜਿਹੜੀ ਹੈਗੀ ਬਹੁਤ ਥੋੜ੍ਹੀ ਹੈਗੀ, ਇਸ ਨੂੰ ਤੂੰ ਕਿਸੇ ਚੰਗੇ ਲੇਖੇ ਲਾ। ਠੀਕ ਹੈ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਆਖਦੇ ਹਨ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਮਿੱਤਰ ਆ ਕੇ ਗੁਰੂ ਜੀ ਪੁਕਾਰਦੇ ਆ ਸਾਨੂੰ, ਉਹ ਆਖਦੇ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਕਹੇ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਪੀਤ। ਜਿਸ ਤਰ੍ਹਾਂ ਰੇਤ ਦੀ ਕੰਧ ਬਣਾ ਲਓ ਨਾ, ਉਹ ਰਹਿ ਨਹੀਂ ਸਕਦੀ ਬਹੁਤਾ ਚਿਰ, ਇਸ ਤਰ੍ਹਾਂ ਹੀ ਇਹ ਜ਼ਿੰਦਗੀ ਹੈਗੀ ਜਿਹੜੀ ਬਾਲੂ ਦੀ ਪੀਤ ਵਰਗੀ ਹੋਈ ਹੈਗੀ ਹੈ। ਹੁਣ ਫਿਰ ਭਗਤ ਫਰੀਦ ਜੀ ਵੀ ਕਿਸ ਤਰ੍ਹਾਂ ਇਹ ਜ਼ਿੰਦਗੀ ਸਾਡੀ, ਕੋਈ ਪਤਾ ਹੈ ਇਸ ਦਾ ਕਿੰਨਾ ਚਿਰ ਰਵਾਂਗੇ ਅਸੀਂ, ਕੋਈ ਪਤਾ ਨਹੀਂ। ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਜਿਸ ਤਰ੍ਹਾਂ ਬਗਲਾ ਬੈਠਾ ਹੈਗਾ, ਇਹ ਕੋਈ ਪਤਾ ਨਹੀਂ ਉਸਨੂੰ ਕਦੇ ਬਾਜ ਆ ਕੇ ਦਬੋਚ ਲੈਂਦਾ ਹੈਗਾ, ਇਸ ਤਰ੍ਹਾਂ ਹੀ ਸਾਨੂੰ ਪਤਾ ਨਹੀਂ ਕਦੋਂ ਮੌਤ ਨੇ ਆ ਕੇ ਸਾਨੂੰ ਦਬੋਚ ਲੈਣਾ ਹੈਗਾ। ਗੁਰੂ ਅਰਜਨ ਦੇਵ ਜੀ ਵੀ ਸਾਨੂੰ ਸੂਝ ਦਿੰਦੇ ਹਨ, ਉਹ ਆਖਦੇ ਸਾਡੀ ਹਾਲਤ ਕੀ ਹੈਗੀ। ਮਨ ਕੀ ਮਨ ਹੀ ਮਾਹੇ ਰਹੀ, ਮਨ ਦੀਆਂ ਗੱਲਾਂ ਮਨ ਦੇ ਵਿੱਚ ਰਹਿ ਜਾਂਦੀਆਂ, ਬੰਦਾ ਤੁਰ ਜਾਂਦਾ ਹੈਗਾ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਦਾਰਾ ਮੀਤ ਪੂਤ ਰਤ ਸੰਪਤ, ਤਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆਏ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ,
ਸਿਮਰਤ ਕਹਾਣੀ ਉਹਦੇ ਵੀ ਬੜੇ ਕਈ ਜਨਮਾਂ ਤੋਂ ਬਾਅਦ ਜੀ 84 ਲੱਖ ਜੁਨਾਂ ਤੋਂ ਬਾਅਦ ਸਾਨੂੰ ਇਹ ਜ਼ਿੰਦਗੀ ਮਿਲੀ ਹੈ। ਕਿਉਂ ਨਹੀਂ ਇਸ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਦਾ, ਪਰਮਾਤਮਾ ਨਾਲ ਕਿਉਂ ਨਹੀਂ ਜੁੜਦਾ? ਬਈ ਇਹੀ ਮੌਕਾ ਹੈਗਾ, ਇਹੀ ਜ਼ਿੰਦਗੀ ਦੇ ਵਿੱਚ ਤੈਨੂੰ ਸਮਾਂ ਹੈ ਜਿਸ ਦੇ ਵਿੱਚ ਤੂੰ ਪਰਮਾਤਮਾ ਦਾ ਸਿਮਰਨ ਕਰਕੇ ਉਸ ਦੇ ਨਾਲ ਜੁੜ ਸਕਦਾ ਹੈ ਜੀ। ਗੁਰੂ ਤੇਗ ਬਹਾਦਰ ਜੀ ਫਿਰ ਸਾਨੂੰ ਚੇਤਾਵਨੀ ਦਿੰਦੇ ਹਨ, ਉਹ ਆਦੇ ਛੇਤੀ ਕਰ ਲੈ ਜੇ ਕਰਨਾ ਜਿਹੜਾ ਕਰਨ, ਇਸ ਦੇ ਵਿੱਚ ਦੇਰੀ ਨਾ ਕਰ। ਚੇਤਨਾ ਹੈ ਤਾਂ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜੋ ਪਾਣੇ। ਉਹਦੇ ਵਿੱਚ ਛੇਤੀ ਕਰ, ਸਿਮਰਨ ਕਰ ਲੈ ਜੇ ਕਰਨਾ। ਜ਼ਿੰਦਗੀ ਦਾ ਭੱਜੀ ਜਾ ਰਹੀ ਆ। ਇਹ ਤਾਂ ਇਸ ਤਰ੍ਹਾਂ ਵੀ ਜਿਵੇਂ ਕੜਾ ਕੋਈ ਟੁੱਟਿਆ ਹੋਵੇ, ਉਸ ਦੇ ਵਿੱਚ ਸੇਕ ਹੋਵੇ, ਕਿੰਨਾ ਚਿਰ ਪਾਣੀ ਉਸ ਦੇ ਵਿੱਚ ਰਹਿ ਜਾਊਗਾ? ਬਹੁਤਾ ਚਿਰ ਨਹੀਂ ਟਿਕ ਸਕਦਾ, ਉਹ ਪਾਣੀ ਖਾਲੀ ਘੜੇ ਨੇ ਖਾਲੀ ਹੋ ਜਾਣਾ। ਇਸ ਤਰ੍ਹਾਂ ਹੀ ਇਹ ਸਰੀਰ ਜੋ ਹੈ ਇਹ ਵੀ ਬਹੁਤਾ ਚਿਰ ਨਹੀਂ ਰਹਿਣਾ, ਇਸ ਨੇ ਵੀ ਚਲੇ ਜਾਣਾ ਹੈ। ਤੇ ਸਰੀਰ ਤੋਂ ਬਾਅਦ, ਸਰੀਰ ਗਏ ਤੋਂ ਬਾਅਦ ਸਾਡਾ ਕੋਈ ਕੁਛ ਨਹੀਂ ਕਰ ਸਕਦੇ, ਅਸੀਂ ਇਸ ਸਰੀਰ ਦੇ ਨਾਲ ਹੀ ਕਰ ਸਕਦੇ ਹਾਂ ਜੋ ਕੁਛ ਕਰ ਸਕਦੇ ਹਾਂ। ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਬਹੁਤ ਪਿਆਰਾ ਸ਼ਲੋਕ ਹੈ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਸਭ ਕੁਛ ਝੂਠਾ ਹੈ, ਸੀ ਵੀ ਨਹੀਂ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ, ਕੂੜ ਸੋਨਾ ਕੂੜ ਰੁਪਾ ਕੂੜ ਕੂੜ ਪਹਿਨਣਹਾਰ, ਕੂੜ ਕਾਇਆ ਕੂੜ ਕੱਪਟ, ਕੂੜ ਕਾਇਆ ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜਾ ਨਹਿ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ। ਸਾਰੀ ਦੁਨੀਆ ਨੇ ਚਲੇ ਜਾਣਾ, ਦੋਸਤੀ ਬਣਾਈਏ ਤਾਂ ਪਰਮਾਤਮਾ ਨਾਲ ਬਣਾਈਏ ਜਿਹਨੇ ਸਾਨੂੰ ਅਖੀਰ ਤੇ ਆ ਕੇ ਸਾਥ ਦੇਣਾ ਹੈ ਸਾਡਾ। ਬਿਲਕੁਲ। ਸੋ ਸੁਰਜੀਤ ਸਿੰਘ ਜੀ, ਬਹੁਤ ਜ਼ਿਆਦਾ ਬਾਣੀ ਵਿੱਚ ਸਪਸ਼ਟ ਤੌਰ ਤੇ ਬਾਰ-ਬਾਰ ਹਰ ਇੱਕ ਗੁਰੂ ਨੇ ਇਸ ਚੀਜ਼ ਤੋਂ ਸਾਨੂੰ ਜਾਣੂ ਕਰਾਇਆ ਕਿ ਅਸੀਂ ਇੱਥੇ ਪਰਮਾਨੈਂਟ ਨਹੀਂ ਰਹਿਣਾ, ਪਰ ਇਹ ਚੀਜ਼ ਸਾਡੇ 'ਚ ਕਿਉਂ ਨਹੀਂ ਬੈਠਦੀ? ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਹੋਰ ਜਿਹੜਾ ਗੁਰੂ ਸਾਹਿਬ ਨੇ ਉਪਦੇਸ਼ ਕੀਤੇ ਨੇ ਸੁਣ ਕੇ ਫਿਰ ਇਹਦੇ ਬਾਰੇ ਥੋੜ੍ਹੀ ਡਿਸਕਸ਼ਨ ਕਰਾਂਗੇ ਕਿ ਕਿਵੇਂ ਇਹ ਚੀਜ਼ ਸਾਡੇ ਮਨ ਵਿੱਚ ਭਾਰੂ ਹੋਵੇ ਤਾਂ ਕਿ ਅਸੀਂ ਸਹੀ ਰਸਤੇ 'ਤੇ ਤੁਰ ਸਕੀਏ। ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲਬਾਤ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866-790-8984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸੁਰਜੀਤ ਸਿੰਘ ਸੁਧਾਰ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਕਿ ਕਿਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਸਾਨੂੰ ਬਾਰ-ਬਾਰ ਇਹ ਉਪਦੇਸ਼ ਮਿਲ ਰਿਹਾ ਹੈ ਅਤੇ ਇਹ ਸਾਨੂੰ ਤਾੜਨਾ ਦਿੱਤੀ ਜਾ ਰਹੀ ਕਿ ਅਸੀਂ ਇੱਥੇ ਕੁਝ ਦੇਰ ਲਈ ਪ੍ਰਾਹੁਣੇ ਆਏ ਹਾਂ, ਨਾ ਕਿ ਪਰਮਾਨੈਂਟ ਗੈਸਟ ਬਣਨੇ ਇੱਥੇ। ਅਸੀਂ ਇਹ ਭੁੱਲੇ ਸਾਰੇ ਬੈਠੇ ਇਸ ਸੋਚ ਨੂੰ, ਇਸੇ ਕਾਰਨ ਬਹੁਤ ਸਾਰੇ ਅਸੀਂ ਕੰਮਾਂ 'ਚ ਪੈ ਜਾਂਦੇ ਜਿਹੜੇ ਕਿ ਗੁਰਬਾਣੀ ਦੇ ਉਲਟ ਨੇ। ਇਸੇ ਸੰਬੰਧ ਵਿੱਚ ਆਓ ਹੋਰ ਜਾਣਕਾਰੀ ਲੈਣੇ ਕਿ ਗੁਰਬਾਣੀ ਵਿੱਚ ਜੋ ਇਹਨਾਂ ਨੇ ਕਿਤਾਬ ਦੇ ਰਾਹੀਂ ਸੰਗਤਾਂ ਤੱਕ ਲਿਆਂਦਾ ਹੈ ਮੈਸੇਜ, ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ। ਜੀ ਸੁਰਜੀਤ ਸਿੰਘ ਜੀ। ਦੇਖੋ ਜੀ, ਜਦੋਂ ਬੱਚਾ ਜੰਮਦਾ ਹੈਗਾ ਨੰਗਾ ਹੁੰਦਾ ਉਹ ਜੀ, ਤੇ ਜਦੋਂ ਆਪਾਂ ਜਾਣਾ ਹੈ ਉਦੋਂ ਵੀ ਨੰਗੇ ਹੋਣਾ ਹੈਗਾ। ਤੇ ਭਗਤ ਕਬੀਰ ਜੀ ਆਦੇ ਨਾਂਗੇ ਆਓ ਨਾ ਨਾਂਗੇ ਜਾਣਾ, ਕੋਈ ਨਾ ਰਹੇ ਹੈ ਰਾਜਾ ਰਾਣਾ। ਠੀਕ, ਕੋਈ ਵੀ ਨਹੀਂ, ਕਿਸੇ ਨੇ ਨਹੀਂ ਟਿਕਣਾ ਇੱਥੇ, ਭਾਵੇਂ ਕਿੱਡੇ ਵੱਡੇ ਵੱਡੇ ਰਾਵਣ ਵਰਗੇ ਚੱਲ ਗਏ। ਰਾਈਟ। ਆਵਤ ਸੰਗ ਨ ਜਾਤ ਸੰਗਾਤੀ ਕਹਾਂ ਪਇਓ ਦਰ ਬੰਦੇ ਹਾਥੀ, ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਠੀਕ। ਦੇਖੋ, ਰਾਵਣ ਨੂੰ ਮੂਰਖ ਆਖਿਆ ਗਿਆ, ਐਡਾ ਵਿਦਵਾਨ ਸੀਗਾ ਉਹ। ਤੇ ਮਤਲਬ ਉਹ ਉਸਦੇ ਜਿਹੜੇ ਕੰਮ ਸੀਗੇ ਉਹ ਨਹੀਂ ਠੀਕ ਸੀਗੇ। ਉਹ ਕੁਛ ਜਾਂਦਾ ਹੋਇਆ, ਭਾਵੇਂ ਲੰਕਾ ਉਸਕੇ ਸੋਨੇ ਦੀ ਦੱਸਦੇ ਹੈਗੇ ਵੀ ਸੋਨੇ ਦੀ ਸੀ, ਪਰ ਜਾਂਦਾ ਹੋਇਆ ਖਾਲੀ ਹੱਥ ਹੀ ਗਿਆ। ਇਸ ਕਰਕੇ ਇਹ ਜੋ ਮਾਇਆ ਹੈ, ਜੋ ਆਪਾਂ ਪ੍ਰਾਪਰਟੀਆਂ ਬਣਾ ਰਹੇ ਹਾਂ, ਇਹ ਇੱਥੇ ਛੱਡ ਕੇ ਜਾਣੀਆਂ ਨਾ ਆਪਾਂ। ਫਰੀਦ ਜੀ ਦੀ ਬਾਣੀ ਜਿਹੜੀ ਹੈਗੀ ਨਾ ਜੀ, ਬਹੁਤ ਇਸ ਪਾਸੇ ਨਾ ਸਾਨੂੰ ਝੰਜੋੜਦੀ ਹੈਗੀ ਜੀ। ਆਦੇ ਕੰਧੀ ਉੱਤੇ ਰੁਖੜਾ ਕਿਚਰ ਕ ਬੰਨਿਆ ਤੀਰ, ਫਰੀਦਾ ਕੱਚੇ ਪਾਂਡੇ ਰੱਖਿਆ ਕਿਚਰ ਤਾਈ ਨੀਰ। ਠੀਕ। ਦੱਸਾਂ, ਅਸੀਂ 3 ਸਾਲ ਹੋ ਗਏ ਜੀ ਅਲਾਸਕਾ ਗਏ। ਅੱਛਾ ਜੀ। ਮੇਰਾ ਲੜਕਾ ਡਾਕਟਰ ਹੈਗਾ, ਉਹ ਆਪਦਾ ਮਗਰ ਪੈ ਗਿਆ, ਚਲੋ ਤੁਸੀਂ ਨਾਲ। ਉਹ ਤਾਂ ਹਰੇਕ ਸਾਲ ਹੀ ਜਾਂਦਾ ਹੈਗਾ ਛੁੱਟੀਆਂ ਤੇ ਉਹ ਸਾਨੂੰ ਲੈ ਗਿਆ ਅਲਾਸਕਾ। ਅੱਛਾ ਜੀ। ਇੱਥੋਂ ਜਾ ਕੇ ਅਸੀਂ ਅਲਾਸਕਾ ਦੇ ਵਿੱਚ ਪਹੁੰਚ ਕੇ ਰਾਤ ਨੂੰ ਜਹਾਜ਼ ਚੱਲਦਾ ਰਹਿੰਦਾ ਸੀਗਾ, ਸਮੁੰਦਰੀ ਜਹਾਜ਼, ਤੇ ਸਵੇਰੇ ਉਹ ਕਿਸੇ ਬੰਦਰਗਾਹ 'ਤੇ ਠਹਿਰ ਜਾਂਦਾ ਸੀ। ਉਹ ਤੋਂ ਬਾਅਦ ਫਿਰ ਸਾਨੂੰ ਬਈ ਜੋ ਚੀਜ਼ਾਂ ਦੇਖਣੀਆਂ ਸਾਰਾ ਦਿਨ ਅਸੀਂ ਦੇਖ ਸਕਦੇ ਸੀ ਉੱਥੋਂ, ਤੇ ਸ਼ਾਮ ਨੂੰ ਫਿਰ ਅਸੀਂ ਜਹਾਜ਼ ਦੇ ਵਿੱਚ ਆ ਜਾਂਦੇ ਸੀਗੇ ਜੀ। ਤੇ ਇੱਕ ਦਿਨ ਅਸੀਂ ਛੋਟੀ ਗੱਡੀ ਜਿਹੜੀ ਹੁੰਦੀ ਹੈਗੀ, ਛੋਟੀ ਰੇਲਵੇ ਲਾਈਨ, ਉਸ 'ਤੇ ਗੱਡੀ, ਕਿਉਂਕਿ ਪਹਾੜਾਂ ਦੇ ਵਿੱਚ ਤਾਂ ਉਹੀ ਚੱਲਦੀਆਂ ਹੈਗੀਆਂ, ਉਸ ਟ੍ਰੇਨ 'ਤੇ ਜਾ ਰਹੇ ਸੀਗੇ। ਅੱਛਾ ਜੀ।
ਤੇ ਬੜੀ ਡੂੰਘੀ ਖੱਡ ਥੱਲੇ ਕੋਈ 250-300 ਫੁੱਟ ਡੂੰਘਾ ਦਰਿਆ ਚੱਲ ਰਿਹਾ ਸੀ ਤੇ ਉਸਦੇ ਬਿਲਕੁਲ ਸਾਈਡ ਤੇ ਟ੍ਰੇਨ ਜਾ ਰਹੀ ਸੀ, ਟ੍ਰੇਨ ਦੀ ਲਾਈਨ ਸੀ। ਮੈਂ ਬਾਹਰ ਦੇਖ ਰਿਹਾ ਨਜ਼ਾਰਾ ਤੇ ਇੱਕ ਦਰਖਤ ਜਿਹੜਾ ਕਿ ਬਿਲਕੁਲ ਦਰਿਆ ਦੇ ਕੰਢੇ ਤੇ ਖੜਾ ਸੀਗਾ, ਥੱਲੇ ਉਹਦੇ ਮਿੱਟੀ ਨਿਕਲ ਚੁੱਕੀ ਹੋਣੀ ਆ, ਦਰਿਆ ਦੇ ਵਿੱਚ ਡਿੱਗ ਪਿਆ। ਠੀਕ ਹੈ। ਤੇ ਦਰਿਆ ਉਸਨੂੰ ਖਿੱਚ ਕੇ ਲੈ ਗਿਆ ਨਾਲ। ਤੇ ਭਗਤ ਜੀ ਵੀ ਆਖਦੇ ਹਨ, ਕੰਧੀ ਉੱਤੇ ਰੁੱਖੜਾ ਕਿਚਰਕ ਬੰਨ੍ਹਿਆ ਤੀਰ। ਜੇ ਦਰਿਆ ਦੇ ਕੰਢੇ ਤੇ ਇੱਕ ਰੁੱਖ ਹੈਗਾ, ਕਿੰਨਾ ਕੁ ਚਿਰ ਰਹਿ ਜਾਊਗਾ, ਉਹ ਬਹੁਤਾ ਚਿਰ ਨਹੀਂ ਰਹਿ ਸਕਦਾ। ਇਸ ਤਰ੍ਹਾਂ ਹੀ ਫਰੀਦ ਜੀ ਆਖਦੇ ਆ, ਫਰੀਦਾ ਕੱਚੇ ਪਾਂਡੇ ਰੱਖਿਆ ਕਿਚਰ ਤਾਈਂ ਨੀਰ। ਕੱਚੇ ਭਾਂਡੇ ਦੇ ਵਿੱਚ ਹੁਣ ਆਪਾਂ ਪਾਣੀ ਪਾ ਦਈਏ, ਘੰਟਾ ਰਹਿ ਜਾਊਗਾ, 2 ਘੰਟੇ ਰਹਿ ਜਾਊਗਾ, ਇਹ ਤੋਂ ਬਾਅਦ ਤਾਂ ਨਹੀਂ ਰਹਿ ਸਕਦਾ ਉਹ। ਉਦੋਂ ਬਾਅਦ ਤਾਂ ਉਸਨੇ ਕੜੇ ਨੇ ਟੁੱਟ ਜਾਣਾ ਹੈਗਾ। ਬਾਬਾ ਫਰੀਦ ਜੀ ਦਾ ਹੋਰ ਸ਼ਲੋਕ ਹੈਗਾ ਜੀ, ਉਹਦਾ ਫਰੀਦਾ ਪੰਖ ਪਰਹੁਣੀ ਦੁਨੀ ਸੁਹਾਵਾ ਬਾਗ। ਇਹ ਦੁਨੀਆ ਜਿਹੜੀ ਹੈਗੀ ਇੱਕ ਬਾਗ ਹੈਗਾ, ਬਹੁਤ ਸੋਹਣਾ ਬਾਗ ਹੈਗਾ ਇਹ ਜੀ। ਤੇ ਇਸ ਦੇ ਵਿੱਚ ਜਿਹੜੇ ਪੰਖੀ ਆ ਕੇ ਬੈਠਦੇ ਹਨ ਦਰਖਤਾਂ ਦੇ ਉੱਤੇ ਬਾਗ ਦੇ ਵਿੱਚ, ਉਹ ਪ੍ਰਾਹੁਣੇ ਆਉਂਦੇ ਹਨ। ਠੀਕ ਹੈ। ਉਹ ਕੁਛ ਚਿਰ ਉੱਥੇ ਰਹਿੰਦੇ ਹਨ, ਉਹ ਤੋਂ ਬਾਅਦ ਉੱਡ ਜਾਂਦੇ ਹਨ ਜੀ। ਨੌਬਤ ਵੱਜੀ ਸੁਬਹ ਸੋ ਚੱਲਣ ਕਾ ਕਰ ਸਾਜ। ਅਤੇ ਜਦੋਂ ਸਵੇਰ ਦਾ ਨਗਾਰਾ ਵੱਜਦਾ ਨਾ ਤੇ ਉਹ ਫਿਰ ਤੁਰ ਪੈਂਦੇ ਆ ਗਾਹਾਂ ਨੂੰ। ਠੀਕ। ਸੋ ਇਹ ਸਾਡੇ ਵਾਸਤੇ ਵੀ ਇਹ ਸਿੱਖਿਆ ਹੈ ਕਿ ਇਹ ਨਗਾਰਾ ਵੱਜਣ ਤੋਂ ਪਹਿਲਾਂ ਆਪਾਂ ਵੀ ਕੁਝ ਆਪਣਾ ਸੰਵਾਰ ਲਈਏ, ਆਪਣੀ ਜ਼ਿੰਦਗੀ ਦਾ ਜੋ ਮਕਸਦ ਹੈ ਉਹ ਪੂਰਾ ਕਰ ਲਈਏ। ਇਹ ਨਾ ਹੋਵੇ ਕਿ ਨਗਾਰਾ ਵੱਜ ਜਾਵੇ ਤੇ ਆਪਾਂ ਚੱਲ ਜਾਈਏ ਤੇ ਫਿਰ ਪਿੱਛੋਂ ਪਛਤਾਉਣਾ ਪੈਂਦਾ ਹੈ ਵੀ ਕੁਝ ਕੀਤਾ ਨਾ ਇਸ ਦੁਨੀਆ ਦੇ ਵਿੱਚ ਆ ਕੇ ਜੀ। ਸੋ ਉਹੀ ਗੱਲ ਆ ਜਾਂਦੀ ਹੈ ਜੀ ਕਿ ਇਹ ਗੁਰੂ ਸਾਹਿਬ ਤਾਂ ਬਾਰ-ਬਾਰ, ਭਗਤ ਵੀ ਬਾਰ-ਬਾਰ ਸਾਨੂੰ ਇਹ ਗੱਲਬਾਤ ਤੋਂ ਜਾਣੂ ਕਰਾ ਰਹੇ ਨੇ ਕਿ ਮਕਸਦ ਕੀ ਹੈ। ਕਿਉਂਕਿ ਮਕਸਦ ਜਿਹੜਾ ਅਸੀਂ ਆਪਣਾ ਪਤਾ ਕਰਨਾ ਹੈ ਉਹ ਤਦ ਹੀ ਪਤਾ ਚੱਲ ਸਕਦਾ ਜੇਕਰ ਸਾਨੂੰ ਇੱਕ ਗਾਈਡੈਂਸ ਮਿਲਦੀ ਰਹੇ। ਸੋ ਗੁਰਬਾਣੀ ਤਾਂ ਬਾਰ-ਬਾਰ ਸਾਨੂੰ ਇਹ ਉਪਦੇਸ਼ ਕਰ ਰਹੀ, ਪਰ ਕਿਉਂ ਨਹੀਂ ਅਸੀਂ ਸਮਝ ਸਕਦੇ ਹੈਗੇ? ਅਸੀਂ ਕਿਉਂ ਇਹ ਸਮਝਦੇ ਕਿ ਅਸੀਂ ਤਾਂ ਇੱਥੇ ਪਰਮਾਨੈਂਟ ਹੀ ਰਹਿਣਾ ਹੈਗਾ? ਅਸੀਂ ਜੀ ਅਗਿਆਨਤਾ ਸਾਡੀ, ਸਾਨੂੰ ਇਹ ਸਮਝ ਤਾਂ ਹੋਈ ਜੇ ਬਾਣੀ ਨੂੰ ਪੜ੍ਹਾਂਗੇ ਜੀ, ਉਸ ਨੂੰ ਵਿਚਾਰਾਂਗੇ। ਠੀਕ ਹੈ। ਅਸੀਂ ਪੜ੍ਹਦੇ ਨਹੀਂ ਜੀ। ਜੇ ਪੜ੍ਹਦੇ ਹਾਂ ਤਾਂ ਉਹ ਜਿਸ ਤਰ੍ਹਾਂ ਹੁੰਦਾ ਨਾ ਰੱਟਾ ਲਾਉਣਾ ਜੀ, ਉਹ ਗੱਲ ਕਰਦੇ ਹਾਂ ਅਸੀਂ। ਮੈਂ ਤੁਹਾਨੂੰ ਦੱਸਾਂ, ਮੈਂ ਆਪਦੇ 12 ਸਾਲ ਦਾ ਹੋਊਗਾ ਜਿਸ ਵਕਤ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ ਸੀ ਪਹਿਲੀ ਵਾਰੀ। ਅੱਛਾ ਜੀ। ਮੇਰੇ ਮਾਤਾ ਪਿਤਾ ਨੇ ਉਹਨਾਂ ਨੂੰ ਮੈਨੂੰ ਸਿਖਾ ਦਿੱਤਾ ਸੀਗਾ ਜੀ। ਪਰ ਪਾਠ ਕਰਨ ਦੇ ਬਾਵਜੂਦ ਉਦੋਂ ਬਾਅਦ ਸਹਿਜ ਪਾਠ ਕਰਦੇ ਰਿਹਾ, ਅਖੰਡ ਪਾਠਾਂ ਦੀ ਰੌਲਾਂ ਲਾ ਲਈਆਂ। ਇੱਥੇ ਵੀ ਆ ਕੇ ਮੈਂ ਦੇਖਿਆ ਵੀ ਜੇ ਕਿਤੇ ਪਾਠ ਲੇਟ ਹੁੰਦਾ ਸੀਗਾ ਨਾ, ਫਿਰ ਉਹ ਜਾਂ ਸਾਡੇ ਗਿਆਨੀ ਕਿਰਪਾਲ ਸਿੰਘ ਹੈਗੇ, ਉਹਨਾਂ ਦੀ ਡਿਊਟੀ ਲੱਗਦੀ ਹੁੰਦੀ ਸੀ ਤੇ ਜਾਂ ਮੇਰੀ। ਅੱਛਾ ਜੀ। ਕਿਉਂਕਿ ਮੈਂ 70-75 ਪੰਨੇ ਵੀ 2 ਘੰਟਿਆਂ ਦੇ ਵਿੱਚ ਕਰ ਦਿੰਦਾ, ਆਮ ਤੌਰ 'ਤੇ 60 ਮਸੇ ਹੁੰਦੇ ਹੈਗੇ। ਠੀਕ ਹੈ। ਇੰਨਾ ਪਾਠ ਤੇਜ਼ ਮੈਂ ਕਰ ਲੈਣਾ। ਪਰ ਉਹ ਪਾਠ ਹੀ ਕੀਤਾ, ਸਮਝਿਆ ਕੁਛ ਨਾ। ਹੁਣ ਸਮਝ ਆਈ ਹੈਗੀ ਬਈ ਇਹ ਤਾਂ ਪਾਠ ਕਰਨਾ ਤਾਂ ਕੋਈ ਬਹੁਤੀ ਗੱਲ ਨਹੀਂ, ਇਸ ਨੂੰ ਸਮਝਣ ਦੀ ਲੋੜ ਆ। ਇਹ ਤਾਂ ਇੱਕ ਜ਼ਿੰਦਗੀ ਦਾ ਦਸਾਇਆ ਗੁਰੂ ਸਾਹਿਬ ਨੇ ਵੀ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਹੈਗੀ। ਤਾਂ ਇਹ ਰਿਅਲਾਈਜੇਸ਼ਨ ਕਿਵੇਂ ਆਈ ਸੁਰਜੀਤ ਸਿੰਘ ਜੀ, ਥੋੜ੍ਹਾ ਦੱਸ ਸਕਦੇ ਹੋ? ਕਿ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਰੀ ਉਮਰ ਤੁਸੀਂ ਗੁਰਦੁਆਰੇ ਦੇ ਪ੍ਰਬੰਧ ਵਿੱਚ ਵੀ ਲਾਤੀ ਇੱਕ ਤਰ੍ਹਾਂ ਦੀ, ਪਰ ਇਹ ਪਿਛਲੇ 10-15 ਸਾਲਾਂ ਤੋਂ ਜਿਹੜੀ ਰਿਅਲਾਈਜੇਸ਼ਨ ਆਈ ਕਿ ਕੋਈ ਕਿਸ ਤਰ੍ਹਾਂ ਤੁਸੀਂ ਰਿਅਲਾਈਜ਼ ਕੀਤਾ ਕਿ ਜੋ ਮੈਂ ਕਰ ਰਿਹਾ ਨਹੀਂ ਸ਼ਾਇਦ ਰਸਤਾ ਠੀਕ ਨਹੀਂ ਹੈਗਾ? ਜਦ ਕਿ ਬਾਣੀ ਤਾਂ ਬਾਰ-ਬਾਰ ਸਾਨੂੰ ਇਹ ਉਪਦੇਸ਼ ਕਰਦੀ ਹੈ ਕਿ ਵਿਚਾਰਨਾ ਹੈ, ਅਸੀਂ ਹਰ ਚੀਜ਼ ਨੂੰ ਸਮਝ ਕੇ ਅੱਗੇ ਆਪਣੇ ਵਿਵੇਕ ਬੁੱਧੀ ਨਾਲ ਕੰਮ ਕਰਨਾ ਹੈ। ਮੈਂ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਟੀਕੇ ਤੋਂ ਸਮਝ ਕੇ ਮੇਰਾ ਖਿਆਲ 5 ਸਾਲ ਦੇ ਵਿੱਚ ਅੱਛਾ ਜੀ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ। ਠੀਕ ਹੈ। ਅਰਥ ਸਮਝੇ ਨਾਲ। ਤੇ ਉਦੋਂ ਮੈਨੂੰ ਫਿਰ ਇਹ ਸੋਝੀ ਪਈ ਬਈ ਇਹ ਤਾਂ ਜਿਹੜਾ ਗਿਆਨ ਹੈਗਾ ਇਹ ਤਾਂ ਬਹੁਤ ਵੱਡਾ, ਬਹੁਤ ਇੰਨਾ ਗਿਆਨ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਤੁਸੀਂ ਕਹਿ ਨਹੀਂ ਸਕਦੇ। ਇਹ ਨਹੀਂ ਵੀ ਮੈਂ ਜੇ ਇੱਕ ਵਾਰੀ ਪੜ੍ਹ ਲਿਆ ਗੁਰੂ ਗ੍ਰੰਥ ਸਾਹਿਬ ਟੀਕਾ ਤੇ ਮੈਂ ਅਰਥ ਪੜ੍ਹ ਲਏ ਤੇ ਮੈਂ ਸਾਰਾ ਗਿਆਨ ਸਮਝ ਗਿਆ, ਨਹੀਂ। ਉਹ ਸਮਝਣਾ ਬੜਾ ਮੁਸ਼ਕਿਲ ਹੈ। ਇਹ ਤਾਂ ਅਥਾਹ ਸਮੁੰਦਰ ਹੈਗਾ ਜੀ। ਠੀਕ। ਸੋ ਇਸ ਤਰ੍ਹਾਂ ਹੀ ਮੈਨੂੰ ਇੱਧਰ ਲੱਗੀ ਲਾਗ ਕਿ ਮੈਂ ਕੁਝ ਲਿਖਿਆ ਜੀ। ਇੱਕ ਵਾਰੀ ਪਹਿਲੀ ਕਿਤਾਬ ਜਦੋਂ ਮੈਂ ਲਿਖੀ ਆ ਨਾ ਤੇ ਮੈਂ ਭਾਈ ਸਾਹਿਬ ਭਾਈ ਜੀਵਨ ਸਿੰਘ ਹੋਣੀ ਇੱਥੇ ਸੀਗੇ। ਅੱਛਾ ਜੀ। ਉਹ ਲੇਖ ਲਿਖੇ ਹੋਏ ਸੀ 15-20 ਮੇਰੇ ਜੀ। ਉਹਨਾਂ ਨੂੰ ਮੈਂ ਦਿਖਾਏ, ਉਹ ਆਦੇ ਸਰਜੀਤ ਸਿੰਘ ਇਹਨਾਂ ਨੂੰ ਛਪਵਾ। ਠੀਕ ਹੈ। ਮੈਂ ਕੋਈ ਰਾਈਟਰ ਆ, ਮੈਂ ਆਪਦੇ ਸ਼ੌਕ ਵਾਸਤੇ ਲਿਖੇ ਹੈਗੇ, ਮੈਂ ਆਪਦੀ ਜ਼ਿੰਦਗੀ ਤੇ ਲਾਗੂ ਕਰਨ ਵਾਸਤੇ। ਠੀਕ। ਆਦੇ ਨਹੀਂ ਤੁਸੀਂ ਛਪਾਓ ਇਹਨਾਂ ਨੂੰ। ਉਸ ਤੋਂ ਬਾਅਦ ਸਾਡੇ ਕੋਲ ਇੱਥੇ ਖਾਲਸਾ ਦਰਬਾਰ ਗੁਰਦੁਆਰੇ ਦੇ ਵਿੱਚ ਪ੍ਰਿੰਸੀਪਲ ਬਲਜੀਤ ਸਿੰਘ, ਅੱਛਾ ਜੀ, ਉਹ ਹਨ ਉੱਥੋਂ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਹਨ। ਠੀਕ ਹੈ ਜੀ। ਉਹ ਆਏ, ਉਹਨਾਂ ਨੂੰ ਵੀ ਉਹ ਪੜ੍ਹੇ ਤੇ ਉਹ ਆਦੇ ਜੀ ਬਹੁਤ ਵੰਡਰਫੁਲ ਲੱਗਾ ਵੀ ਤੂੰ ਇਹਨਾਂ ਨੂੰ ਛਪਾ ਦੇ, ਕਿਤਾਬ ਛਪਾ ਦੇ। ਅੱਛਾ ਜੀ। ਦੂਜੀ ਗੱਲ ਇਹ, ਮੈਂ ਪਹਿਲਾਂ ਲੇਖ ਲਿਖਦਾ ਰਹਿੰਦਾ ਸੀ ਤੇ ਅਖਬਾਰਾਂ 'ਚ ਛਪਦਾ ਹੁੰਦਾ ਸੀਗਾ ਜੀ। ਫਿਰ ਮੈਨੂੰ ਕਿਸੇ ਨੇ ਸੁਝਾਅ ਦਿੱਤਾ ਵੀ ਅਖਬਾਰ ਦੇ ਵਿੱਚ ਤੂੰ ਕੋਟੇਸ਼ਨਾਂ ਗੁਰਬਾਣੀ ਦਾ ਬਹੁਤ ਦਿੰਦਾ ਹੈ ਤੇ ਉਹ ਸਾਰਾ ਫਿਰ ਗਾਰਬੇਜ ਦੇ ਵਿੱਚ ਜਾਂਦਾ ਹੈਗਾ ਵੀ ਇਹ ਗੱਲ ਚੰਗੀ ਨਹੀਂ, ਤੇ ਵੀ ਜੇ ਕਰਨਾ ਤਾਂ ਕਿਤਾਬ ਛਪਾ, ਨਹੀਂ ਤਾਂ ਲਿਖਣਾ ਬੰਦ ਕਰ ਦੇ। ਠੀਕ। ਉਹ ਲਿਖਣਾ ਬੰਦ ਕਿੱਥੋਂ ਹੋਇਆ ਮੈਥੋਂ, ਤੇ ਮੈਂ ਇਸ ਪਾਸੇ ਸ਼ੁਰੂ ਕਰਤਾ। ਮੈਂ ਕਿਹਾ ਚਲੋ ਕਿਤਾਬ ਲਿਖੋ। ਰਾਈਟ। ਜਦੋਂ ਪਹਿਲੀ ਕਿਤਾਬ ਲਿਖੀ ਮੈਂ
ਤੇ ਬੜਾ ਉਸ ਦੇ ਵਿੱਚ ਲੋਕਾਂ ਨੇ ਹੁੰਗਾਰਾ ਦਿੱਤਾ, ਕਾਫੀ ਕਈਆਂ ਨੇ ਲਾਈਕ ਕੀਤਾ ਜੀ। ਤੇ ਇੱਕ ਫੋਰਟ ਸੇਂਟ ਜੌਨ ਤੋਂ ਮੈਨੂੰ ਫੋਨ ਆਇਆ। ਅੱਛਾ ਜੀ। ਉਦੋਂ ਸੁਰਜੀਤ ਸਿੰਘ ਮੈਂ ਤੈਨੂੰ ਜਾਣਦਾ ਤਾਂ ਹੈ ਨਹੀਂ ਤੇ ਤੁਸੀਂ ਵੀ ਨਹੀਂ ਮੈਨੂੰ ਜਾਣਦੇ ਹੋਵੋਗੇ, ਪਰ ਇੱਕ ਕਿਤਾਬ ਮੈਨੂੰ ਕਿਤੋਂ ਮਿਲੀ ਆ ਤੁਹਾਡੀ ਤੇ ਉਹ ਮੈਂ ਪੜ੍ਹੀ ਹੈਗੀ ਜੀ। ਤੇ ਮੈਂ ਸਵੇਰੇ ਨਿਤਨੇਮ ਕਰਕੇ ਉਸਦਾ ਇੱਕ ਚੈਪਟਰ ਰੋਜ਼ ਪੜ੍ਹਦਾ ਹਾਂ। ਉਹਦਾ ਮੈਂ 3-4 ਵਾਰੀ ਉਹ ਕਿਤਾਬ ਪੜ੍ਹ ਚੁੱਕਿਆ, ਮੁੜ ਮੁੜ ਕੇ ਪੜ੍ਹਦਾ ਮੈਂ, ਜਿਵੇਂ ਨਿਤਨੇਮ ਕਰੀ ਦਾ ਨਾ ਉਹਦਾ ਮੈਂ ਇਸ ਤਰ੍ਹਾਂ ਨਿਤਨੇਮ ਕਰਦਾ ਉਸਦਾ। ਤੇ ਇਸ ਤਰ੍ਹਾਂ ਕਈ ਗੱਲ। ਤੇ ਦੂਜੇ ਪਾਸੇ ਇਹ ਵੀ ਹੈਗਾ ਕੋਈ ਆਮ ਲੋਕ, ਕਿਉਂਕਿ ਮੇਰੇ ਨਾਂ ਦੇ ਨਾਲ ਕੋਈ ਡਿਗਰੀ ਨਹੀਂ ਲੱਗਦੀ, ਠੀਕ ਹੈ ਜੀ, ਨਾ ਕੋਈ PhD ਆ ਮੈਂ, ਨਾ ਡਾਕਟਰ ਆ ਤੇ ਨਾ ਮੈਂ ਪ੍ਰੋਫੈਸਰ ਆ। ਠੀਕ। ਤੇ ਲੋਕ ਸਮਝਦੇ ਆ ਵੀ ਸੁਰਜੀਤ ਸਿੰਘ ਸੁਧਾਰ ਕੌਣ ਹੋਇਆ, ਇਹ ਵੀ ਕੋਈ ਰਾਈਟਰ ਸੁਣਿਆ ਤਾਂ ਹੈ ਨਹੀਂ। ਪਰ ਉਹੀ ਗੱਲ ਜੀ ਕਿ ਜਿਸ ਤਰ੍ਹਾਂ ਕਿਤਾਬ ਦੀ ਜਿਹੜੀ ਅਹਿਮੀਅਤ ਹੈ ਉਹ ਕਿਤੇ ਤੁਸੀਂ ਸਿਰਫ ਆਪਣੇ ਤੱਕ ਇਹ ਸੋਚ ਰੱਖੀ ਸੀ, ਫਿਰ ਕਿਤਾਬਾਂ ਦੇ ਜ਼ਰੀਏ ਹੁਣ ਲੋਕਾਂ ਤੱਕ ਪਹੁੰਚ ਰਹੀ ਹੈ। ਹੁਣ ਅੱਜ ਇਹ ਫਿਊਨਰਲ ਹੋਮਸ ਤੁਹਾਡੀ ਕਿਤਾਬ ਸਾਨੂੰ ਮਿਲੀ ਤੇ ਉਸ ਦੇ ਨਾਲ ਹੁਣ ਤੁਸੀਂ ਲੱਖਾਂ ਲੋਕਾਂ ਤੱਕ ਇਹ ਮੈਸੇਜ ਪਹੁੰਚਾ ਰਹੇ ਹੋ। ਸੋ ਕਮਿੰਗ ਬੈਕ, ਜਿਹੜਾ ਤੁਸੀਂ ਗੱਲ ਕਰ ਰਹੇ ਸੀ ਕਿ ਬਾਣੀ ਵਿੱਚ ਜਿੱਥੇ ਭਗਤਾਂ ਨੇ ਵੀ ਗੁਰੂਆਂ ਨੇ ਵੀ ਬਾਰ-ਬਾਰ ਇਹ ਦੁਹਰਾਇਆ ਹੈਗਾ, ਹੋਰ ਗੁਰੂ ਸਾਹਿਬ ਬਾਣੀ 'ਚ ਕਿੱਥੇ ਕਿੱਥੇ ਸਾਨੂੰ ਸੰਕੇਤ ਮਿਲਦਾ ਹੈ ਕਿ ਅਸੀਂ ਸਮਝ ਸਕੀਏ? ਦੇਖੋ, ਸਾਡੇ ਤੇ ਭਗਤ ਕਬੀਰ ਜੀ ਦਾ ਬਾਣੀ ਹੈਗੀ ਜੀ, ਉਹ ਜ਼ਿੰਦਗੀ ਸਾਡੀ ਦਾ ਦੱਸਦੇ ਆ ਵੀ ਕਿਸ ਤਰ੍ਹਾਂ ਜ਼ਿੰਦਗੀ ਸਾਡੀ ਬੀਤੀ ਆ ਰਹੀ ਹੈ ਜੀ। 12 ਵਰਸ ਬਾਲਪਨ ਬੀਤੇ, 20 ਵਰਸ ਕਿਛ ਤਪ ਨਾ ਕੀਓ ਜੀ। ਉਹਦੇ 12 ਵਰਸ ਦੇ ਵਿੱਚ ਅਣਜਾਣਪੁਣੇ ਦੇ ਵਿੱਚ ਬੱਚਿਆਂ ਦੇ ਚਲੇ ਗਏ। ਠੀਕ। ਉਸ ਤੋਂ ਬਾਅਦ 20 ਵਰਸ ਹੋਰ ਲੰਘ ਗਏ, ਉਹ 32 ਸਾਲ ਦਾ ਹੋ ਗਿਆ, ਫਿਰ ਵੀ ਕੁਛ ਨਾ ਕੀਤਾ ਜੀ। 30 ਵਰਸ ਕਿਛ ਦੇਵ ਨਾ ਪੂਜਾ, 30 ਸਾਲ ਹੋਰ ਲੰਘੇ, 62 ਸਾਲ ਦਾ ਹੋ ਗਿਆ ਜੀ। ਫਿਰ ਪਛਤਾਨਾ ਬਿਰਧ ਪਏ, ਹੁਣ ਬੁੱਢਾ ਹੋ ਗਿਆ ਤੇ ਹੁਣ ਪਛਤਾਉਂਦਾ ਮੈਂ ਕੀਤਾ ਕੁਛ ਨਹੀਂ। ਮੈਨੂੰ ਹੁਣ ਆਪਦੀ ਮੈਂ ਗੱਲ ਦੱਸਾਂ ਜੀ, ਬੜੀ ਲੇਟ ਮੈਨੂੰ ਇਹ ਚਿੱਠ ਲੱਗੀ ਹੈਗੀ। ਮੈਂ ਸਮਝਦਾ ਜੇ ਕਿਤੇ ਪਹਿਲਾਂ ਹੋ ਜਾਂਦੀ ਆ ਤੇ ਹੁਣ ਤਾਂ ਗੁਰਦੁਆਰੇ ਜਾਈਦਾ, ਗੁਰਦੁਆਰੇ ਬੈਠ ਨਹੀਂ ਹੁੰਦਾ, ਚੌਂਕੜੀ ਮਾਰ ਕੇ ਨਹੀਂ ਬੈਠ ਹੁੰਦਾ, ਬੜਾ ਔਖਾ ਹੋ ਜਾਂਦਾ ਬੈਠਣਾ ਵੀ। ਸੋ ਇਹ ਤਾਂ ਚੀਜ਼ਾਂ ਜ਼ਿੰਦਗੀ ਦੇ ਵਿੱਚ, ਜਵਾਨੀ ਦੇ ਵਿੱਚ ਜਾਂ ਸ਼ੁਰੂ 'ਚ ਹੀ ਕਰ ਲੈਣੀਆਂ ਚਾਹੀਦੀਆਂ ਹੈਗੀਆਂ। ਤੇ ਅਖੀਰ 'ਤੇ ਜਾ ਕੇ ਤਾਂ ਫਿਰ ਪਛਤਾਉਣਾ ਹੀ ਪੈਂਦਾ ਹੈਗਾ, ਨਹੀਂ ਤਾਂ ਉੱਥੇ ਕੁਛ ਨਹੀਂ ਹੁੰਦਾ। ਰਾਈਟ। ਦੇਖੋ ਜੀ, ਗੁਰੂ ਸਾਹਿਬ ਫਿਰ ਬੜੇ ਪਿਆਰ ਨਾਲ ਜੀ ਆਦੇ ਸੁਣ ਮਨ ਮਿੱਤਰ ਪਿਆਰਿਆ, ਮਿੱਤਰ। ਠੀਕ। ਗੁਰੂ ਸਾਹਿਬ ਨੇ ਕਿਤੇ ਸਾਨੂੰ ਮਿੱਤਰ ਆਖਿਆ, ਕਿਤੇ ਯਾਰ ਆਖਿਆ, ਬਹੁਤ ਪਿਆਰ ਨਾਲ ਉਹਨਾਂ ਨੇ ਸਾਨੂੰ ਇਹ ਸਾਰਾ ਕੁਝ ਸਮਝਾਇਆ ਹੈਗਾ ਜੀ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਆਹੀ ਵੇਲਾ ਹੈਗਾ। ਠੀਕ। ਜਬ ਲਗ ਜੋ ਬਰਸਾਸ ਤਬ ਲਗ ਇਹ ਤਨ ਦੇਹ, ਜਿੰਨਾ ਚਿਰ ਦੇਹ ਹੈਗੀ, ਜਿੰਨਾ ਚਿਰ ਤੇਰੀ ਜਵਾਨੀ ਹੈਗੀ, ਪਰਮਾਤਮਾ ਦਾ ਨਾਮ ਜਪ ਲਾ। ਬੇਨ ਗੁਣ ਕਾਮ ਨਾ ਆਵੇ ਟੈ ਟੇਰੀ ਤਨਖੇ, ਜੇ ਤੇਰੇ ਜੀਵਨ ਦੇ ਵਿੱਚ ਕੋਈ ਗੁਣ ਨਹੀਂ ਨਾ, ਕਿ ਇਹ ਸਰੀਰ ਜਿਹੜਾ ਹੈ ਮਿੱਟੀ ਦੀ ਢੇਰੀ ਹੈ। ਬਿਲਕੁਲ। ਇਸ ਤੋਂ ਫਾਇਦਾ ਉਠਾ ਲਾ ਜੇ ਕੋਈ ਉਠਾਉਣਾ, ਨਹੀਂ ਤਾਂ ਬਾਅਦ ਦੇ ਵਿੱਚ ਤਾਂ ਫਿਰ ਪਛਤਾਉਣਾ ਹੀ ਪੈਂਦਾ ਹੈ। ਰਾਈਟ। ਸੋ ਇਹ ਹੋਰ ਵੀ ਜੀ ਕਿਤਾਬ ਦੇ ਵਿੱਚ ਤੁਸੀਂ ਬਾਣੀ 'ਚੋਂ ਹੋਰ ਬਹੁਤ ਸਾਰੀਆਂ ਗੁਰੂਆਂ ਦੀਆਂ ਲਿਖਤਾਂ ਨੂੰ ਤੁਸੀਂ ਅੰਕਿਤ ਕਰਕੇ ਦਰਸਾਇਆ ਕਿ ਗੁਰੂ ਸਾਹਿਬ ਸਾਨੂੰ ਬਾਰ-ਬਾਰ ਇਹ ਫਰਮਾ ਰਹੇ ਹੈਗੇ ਨੇ ਕਿ ਅਸੀਂ ਸਮਝ ਆਈਏ। ਤੁਸੀਂ ਆਪਣਾ ਵੀ ਜ਼ਿਕਰ ਕੀਤਾ ਕਿ ਰਿਅਲਾਈਜੇਸ਼ਨ ਦੇਰੀ ਨਾਲ ਹੋਈ, ਪਰ ਐਟਲੀਸਟ ਹੋ ਤਾਂ ਗਈ। ਇੱਥੇ ਕਈ ਇਨਸਾਨ ਜਿਹੜੇ ਕਿ ਸਾਰੀ ਉਮਰ ਹੀ ਆਪਣੀ ਇਸ ਪਾਸੇ ਲੱਗਣ ਨੂੰ ਤਿਆਰ ਨਹੀਂ ਹੁੰਦੇ ਜਾਂ ਸਮਝਣ ਨੂੰ ਤਿਆਰ ਨਹੀਂ ਹੁੰਦੇ। ਅਖੀਰ ਵਿੱਚ ਕੀ ਮੈਸੇਜ ਦੇਣਾ ਚਾਹੋਗੇ? ਆਪਣੀ ਜ਼ਿੰਦਗੀ ਦਾ ਸਾਰ ਜੋ ਹੈ ਤੁਸੀਂ ਗੁਰਦੁਆਰਿਆਂ 'ਚ ਮੈਨੇਜਮੈਂਟ ਵਿੱਚ ਵੀ ਕੰਮ ਕਰਕੇ ਦੇਖ ਲਿਆ, ਪਰ ਅਖੀਰ ਵਿੱਚ ਜਿਹੜਾ ਸੁੱਖ ਸ਼ਾਂਤ ਹੈਗੀ, ਜਿਹੜੀ ਸੁੱਖ ਮਿਲ ਰਿਹਾ ਹੈਗਾ, ਉਹ ਗੁਰਬਾਣੀ 'ਚੋਂ ਹੀ ਮਿਲਦਾ ਹੈ। ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਹੈਗਾ ਜੀ, ਸੋਲੇ ਬਾਣੀ ਦੇ ਵਿੱਚ ਅਖੀਰਲਾ ਸ਼ਬਦ ਹੈਗਾ। ਇੱਥੇ ਫਿਰ ਸਾਨੂੰ ਮਿੱਤਰ ਆ ਕੇ ਗੁਰੂ ਜੀ ਆਖਦੇ ਹੈਗੇ ਜੀ, ਕਰੋ ਬੇਨਤੀ ਕਰਦੇ ਆ ਸਾਡੇ ਮੁਰੇ ਗੁਰੂ ਜੀ, ਸੁਣੋ ਬੇਨਤੀ, ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ, ਇਆਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ, ਔਦ ਕਟਿਆ ਦਿਨ ਸੋ ਰਹਿਣਾ ਰੇ। ਇਹ ਜ਼ਿੰਦਗੀ ਜਿਹੜੀ ਦਿਨ ਰਾਤ ਕਰਕੇ ਕੱਟੀ ਜਾ ਰਹੀ ਹੈ। ਇਹ ਨਹੀਂ ਬਈ ਜੀ ਅਸੀਂ ਆਖਿਆ ਵੀ 1 ਮਹੀਨਾ ਹੋਰ ਹੋ ਗਿਆ ਤੇ ਸਾਡੀ ਜ਼ਿੰਦਗੀ ਵੱਧ ਗਈ, ਕੱਟੀ ਆ ਬਲਕਿ ਉਹ ਜੀ। ਔਦ ਕਟਿਆ ਦਿਨ ਸੋ ਰਹਿਣਾ ਰੇ, ਮਨ ਗੁਰ ਮਿਲ ਕਾਟ ਸਵਾਰੇ, ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਈ ਪਿਆਵਾ ਇਹ ਰਸ ਕਥ ਕਥਾ ਤਨ ਜਾਨੀ, ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੋਰ ਨਾ ਹੋਏ ਕੋ ਫੇਰਾ, ਅੰਤਰਯਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਤੂਰੇ। ਠੀਕ। ਜਿਹੜੀ ਇਹ ਸੰਤਨ ਕੀ ਤੂਰ ਕਈ ਵਾਰੀ ਬੰਦੇ ਲਫ਼ਜ਼ੀ ਅਰਥ ਕਰ ਲੈਂਦੇ ਆ ਨਾ ਵੀ ਸੰਤਾਂ ਦੇ ਚਰਨਾਂ ਦੀ ਧੂੜੀ ਲੈ ਕੇ ਮੱਥੇ ਨੂੰ ਲਾਉਣੀ ਹੈ, ਉਹ ਧੂੜੀ ਨਹੀਂ, ਇਹ ਨਿਮਰਤਾ ਦੀ ਗੱਲ ਹੈਗੀ ਵੀ ਨਿਮਰਤਾ ਇੰਨੀ ਆ ਜਾਵੇ ਸਾਡੇ ਵਿੱਚ ਤਾਂ ਕਿ ਇਹ ਸਾਡਾ ਜਨਮ ਜਿਹੜਾ ਹੈ ਉਹ ਸਫਲਾ ਹੋ ਜਾਵੇ। ਬਹੁਤ ਧੰਨਵਾਦ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਭਾਵ ਅਰਥ ਜੋ ਹੈ ਉਹ ਗੁਰਬਾਣੀ ਦਾ ਅਸੀਂ ਸਮਝੀਏ ਤੇ ਉਸ ਨੂੰ ਅਸੀਂ ਅਪਣਾਈਏ, ਉਹੀ ਸਾਡਾ ਇੱਕ ਮਾਰਗਦਰਸ਼ਕ ਬਣੇਗਾ ਤੇ ਸਾਨੂੰ ਜੀਵਨ ਜਾਚ ਦੱਸੇਗਾ। ਆਉਣ ਵਾਲੇ ਪ੍ਰੋਗਰਾਮਸ ਵਿੱਚ ਇਸ ਜਿਹੜੀਆਂ ਤੁਸੀਂ ਕਿਤਾਬਾਂ ਲਿਖੀਆਂ ਜਿਹਦੇ 'ਚ ਕਿ ਜੀਵਨ ਦਾ ਕੀ ਮਕਸਦ ਹੈ,
ਕੀ ਕੁਝ ਅਸੀਂ ਕਰਨਾ ਹੈ, ਜਿਹੜਾ ਇਹ ਸਮਝਣਾ ਹੈ ਕਿ ਬਈ ਅਸੀਂ ਤੇ ਪ੍ਰਾਹੁਣੇ ਹਾਂ, ਪਰ ਇਸ ਦਾ ਕੀ ਅਲਟੀਮੇਟਲੀ ਸਾਡਾ ਕੀ ਗੋਲ ਕੀ ਹੋਣਾ ਚਾਹੀਦਾ ਹੈ, ਇਹਦੇ ਬਾਰੇ ਅਸੀਂ ਆਉਣ ਵਾਲੇ ਪ੍ਰੋਗਰਾਮ ਜ਼ਿਕਰ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਸਰਦਾਰ ਸੁਰਜੀਤ ਸਿੰਘ ਜੀ ਨੇ ਜੋ ਅੱਜ ਸਾਡੇ ਨਾਲ ਬਚਨ ਸਾਂਝੇ ਕੀਤੇ ਨੇ, ਗੁਰਬਾਣੀ ਵਿੱਚ ਸਾਨੂੰ ਬਾਰ-ਬਾਰ ਇਹੀ ਦ੍ਰਿੜਤਾ ਕਰਵਾਈ ਜਾ ਰਹੀ ਹੈ ਕਿ ਅਸੀਂ ਇੱਥੇ ਪ੍ਰਾਹੁਣੇ ਆਏ ਹਾਂ, ਇਹ ਸਮਝ ਜਾਈਏ। ਜੇ ਨਹੀਂ ਸਮਝਾਂਗੇ ਤਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਆਪਣੇ ਐਕਸਪੀਰੀਅੰਸ ਤੋਂ ਕਿ ਬਾਅਦ ਵਿੱਚ ਪਛਤਾਵਾ ਹੀ ਹੁੰਦਾ ਹੈ। ਫੀਡਬੈਕ ਜ਼ਰੂਰ ਦੇਣਾ 6046037555 ਦੇ ਉੱਤੇ, ਜਾਂ ਫਿਰ ਈਮੇਲ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ harpreetsingh@gmail.com। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।